ਪਰ ਅਗਰ ਅਸੀਂ ਜੁਆਇੰਟ ਤੇ ਪਾਤਾ ਮੈਨੂਅਲੀ ਪਰ ਇਹ ਇਸ ਪੋਜੀਸ਼ਨ 'ਚ ਰਹਿ ਗਿਆ ਤੇ ਇਹ ਅੰਦਰ ਵਾਲਾ ਹਿੱਸਾ ਘਸ ਜਾਏਗਾ ਔਰ ਅਗਰ ਇੱਦਾਂ ਪਾਤਾ ਤੇ ਬਾਹਰ ਵਾਲਾ ਹਿੱਸਾ ਘਸ ਜਾਏਗਾ ਔਰ ਅਗਰ ਇਹ ਟਾਈਟ ਪਾਤਾ ਤੇ ਗੋਡਾ ਮੁੜੇਗਾ ਨਹੀਂ, ਸਿੱਧਾ ਨਹੀਂ ਹੋਏਗਾ। ਬਜ਼ੁਰਗ ਦੀ ਅਸੀਂ ਦੇਖਦੇ ਕਿ ਉਹਦੀ ਲੱਤਾਂ ਘੁੰਮੀਆਂ ਹੋਈਆਂ, ਸੋ ਉਸ ਸਟੇਜ ਦੇ ਵਿੱਚ ਫਿਰ ਸਾਡੇ ਕੋਲ ਆਪਸ਼ਨ ਸਿਰਫ ਜੁਆਇੰਟ ਰਿਪਲੇਸਮੈਂਟ ਦੀ ਬਚਦੀ ਹੈ। ਤੇ ਜਿਹੜੇ ਜੋੜਾਂ ਦੇ ਦਰਦ ਨੇ ਇਹਦੇ ਟ੍ਰੀਟਮੈਂਟ ਕਿਹੜੇ ਅਵੇਲੇਬਲ ਨੇ? ਟਾਇਰ ਦੇ ਉੱਤੇ ਇੱਕ ਰਬੜ ਚੜਾ ਦਿੰਦੇ ਹਾਂ, ਉਸ ਤਰ੍ਹਾਂ ਜੁਆਇੰਟ ਦੇ ਉੱਤੇ ਅਸੀਂ ਇੱਕ ਮੈਟਲ ਚੜਾ ਦਿੰਦੇ ਹਾਂ ਤਾਂ ਕਿ ਦੋਨੋਂ ਹੱਡੀਆਂ ਆਪਸ 'ਚ ਟਕਰਾਉਣ ਨਹੀਂ ਔਰ ਉਹਦੀ ਅਲਾਈਨਮੈਂਟ ਮੇਨਟੇਨ ਹੋ ਜਾਵੇ। ਹੱਡੀਆਂ ਕਮਜ਼ੋਰ ਹੈ ਤੇ ਉਹ ਕੀ ਰੋਬੋਟਿਕ ਸਰਜਰੀ ਜਾ ਸਕਦੇ ਨੇ? ਜਿਸ ਤਰ੍ਹਾਂ ਬਜ਼ੁਰਗ ਕਹਿੰਦੇ ਸੀ ਤੇਰੇ ਤੋਂ ਖਾਦਾ ਪੀਤਾ ਲੱਗਦਾ ਨਹੀਂ, ਅਗਰ ਉਹ ਨਹੀਂ ਚੱਲੇਗਾ ਤਾਂ ਡੈਫੀਨੇਟਲੀ ਬੈਠ ਕੇ ਮੋਟਾ ਹੀ ਹੋਏਗਾ। ਕੀ ਰੋਬੋਟਿਕ ਸਰਜਰੀ ਹਰ ਜਗ੍ਹਾ ਅਵੇਲੇਬਲ ਕਿਉਂ ਨਹੀਂ ਹੈ ਆਪਸ਼ਨ? ਅੱਜ ਤੋਂ 50 ਸਾਲ ਪਹਿਲੇ ਜੁਆਇੰਟ ਰਿਪਲੇਸਮੈਂਟ ਦੀ ਕੋਈ ਗੱਲ ਨਹੀਂ ਕਰਦਾ ਸੀ, ਹੁਣ ਕਰਦੇ। ਸਤਿ ਸ਼੍ਰੀ ਅਕਾਲ, ਦ ਸਮਰ ਨਿਊਜ਼ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤਮੰਨਾ ਬੇਦੀ। ਸੋ ਇੱਕ ਵਾਰ ਫਿਰ ਤੋਂ ਤੁਹਾਡਾ ਸਭ ਦਾ ਸਵਾਗਤ ਹੈ ਸਾਡੇ ਖਾਸ ਪ੍ਰੋਗਰਾਮ ਸਿਹਤ ਸਲਾਹ ਦੇ ਵਿੱਚ। ਜਿੱਦਾਂ ਕਿ ਤੁਸੀਂ ਸਭ ਜਾਣਦੇ ਹੋ, ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕਰਦੇ ਹਾਂ ਸਿਹਤ ਸੰਬੰਧੀ ਟੌਪਿਕਸ ਦੇ ਉੱਤੇ ਗੱਲਬਾਤ ਕਰਦੇ ਹਾਂ ਤੇ ਮਾਹਰ ਡਾਕਟਰਾਂ ਦੇ ਓਪੀਨੀਅਨਸ, ਉਹਨਾਂ ਦੀ ਇਨਫੋਰਮੇਸ਼ਨ ਸਾਰੇ ਤੁਹਾਡੇ ਤੱਕ ਪਹੁੰਚਾਉਂਦੇ ਹਾਂ। ਅੱਜ ਦੇ ਇਸ ਐਪੀਸੋਡ ਦੇ ਵਿੱਚ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਜੁਆਇੰਟਸ ਪੇਨ ਦੀ। ਜੀ ਹਾਂ, ਅੱਜ ਦੇ ਸਮੇਂ ਦੇ ਵਿੱਚ ਜੁਆਇੰਟ ਪੇਨ, ਨੀ ਰਿਪਲੇਸਮੈਂਟ ਕਾਫੀ ਜ਼ਿਆਦਾ ਚੱਲਣ ਦੇ ਵਿੱਚ ਹੈ ਕਿਉਂਕਿ ਬਹੁਤ ਸਾਰੀਆਂ ਦਿੱਕਤਾਂ ਲੋਕਾਂ ਨੂੰ ਆ ਰਹੀਆਂ ਨੇ ਤੇ ਇਸ ਦੇ ਨਾਲ ਕੁਝ ਹੋਰ ਵੀ ਐਡਵਾਂਸਮੈਂਟਸ ਜਿਹੜੀਆਂ ਨੇ ਇਸ ਫੀਲਡ ਦੇ ਵਿੱਚ ਆ ਚੁੱਕੀਆਂ ਨੇ। ਸੋ ਇਸ ਦੇ ਬਾਰੇ ਵਧੇਰੇ ਜਾਣਕਾਰੀ ਦੇ ਲਈ ਗੱਲਬਾਤ ਕਰਦੇ ਹਾਂ ਫੋਰਟਿਸ ਹਸਪੀਟਲ ਤੋਂ ਡਾਇਰੈਕਟਰ ਐਂਡ ਹੈਡ ਆਰਥੋਪੈਡਿਕ ਸਰਜਨ ਡਾਕਟਰ ਸੰਜੀਵ ਮਹਾਜਨ ਨਾਲ। ਸਤਿ ਸ਼੍ਰੀ ਅਕਾਲ ਸਰ, ਵੈਲਕਮ। ਸਤਿ ਸ਼੍ਰੀ ਅਕਾਲ ਤਮੰਨਾ ਜੀ, ਸਤਿ ਸ਼੍ਰੀ ਅਕਾਲ ਸਰ। ਸਭ ਤੋਂ ਪਹਿਲਾਂ ਜਾਣਨਾ ਚਾਹਾਂਗੇ, ਸਾਡੇ ਅੱਜ ਦੇ ਐਪੀਸੋਡ ਦੇ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਅਸੀਂ ਤੁਹਾਡੇ ਨਾਲ ਤੇ ਅਸੀਂ ਪੁੱਛਣਾ ਚਾਹਾਂਗੇ ਕਿ ਜੋ ਜੁਆਇੰਟਸ ਦੀ ਪੇਨ ਹੈ, ਜਿਹਨੂੰ ਆਰਥਰਾਈਟਿਸ ਕਹਿੰਦੇ ਆ, ਉਸ ਦੀ ਐਕਚੁਅਲ ਵਜ੍ਹਾ ਕੀ ਹੈ? ਆਰਥਰਾਈਟਿਸ ਤਮੰਨਾ ਜੀ ਕਈ ਕਾਰਨਾਂ ਕਰਕੇ ਹੋ ਜਾਂਦਾ ਹੈ, ਡਿਪੈਂਡਿੰਗ ਕਿ ਕਿਸ ਏਜ ਦੇ ਵਿੱਚ ਆਰਥਰਾਈਟਿਸ ਹੋ ਰਿਹਾ। ਨੋਰਮਲੀ ਜਦੋਂ ਅਸੀਂ ਜਨਰਲ ਆਰਥਰਾਈਟਿਸ ਦੀ ਗੱਲ ਕਰਦੇ ਹਾਂ ਤੇ ਉਹ ਆਸਟੀਓ ਆਰਥਰਾਈਟਿਸ, ਜਿਹੜਾ ਏਜ ਰਿਲੇਟਡ ਆਰਥਰਾਈਟਿਸ ਹੈ, ਉਹ ਇੱਕ ਕਾਮਨਲੀ ਸਮਝ ਆਉਂਦੀ ਹੈ ਸਾਡੇ ਗੱਲ। ਲੇਕਿਨ ਆਸਟੀਓ ਆਰਥਰਾਈਟਿਸ ਤੋਂ ਇਲਾਵਾ ਰਿਊਮੇਟਡ ਆਰਥਰਾਈਟਿਸ, ਜਿਹਨੂੰ ਅਸੀਂ ਗਠੀਆ ਮੰਨ ਕੇ ਚੱਲਦੇ ਹਾਂ, ਉਹ ਜਿਹੜਾ ਹੈ ਉਹ ਇੱਕ ਬਾਡੀ ਦੀ ਡਿਜ਼ੀਜ਼ ਹੈ ਜਿਹੜੀ ਜੁਆਇੰਟਸ ਨੂੰ ਵੀ ਇਫੈਕਟ ਕਰਦੀ ਹੈ। ਸੋ ਆਸਟੀਓ ਆਰਥਰਾਈਟਿਸ ਔਰ ਰੂਮੇਟਡ ਆਰਥਰਾਈਟਿਸ ਦੋ ਮੇਜਰ ਤਰ੍ਹਾਂ ਦੀ ਆਰਥਰਾਈਟਿਸ ਹੈ। ਇਸ ਤੋਂ ਇਲਾਵਾ ਕੁਝ ਡਿਜ਼ੀਜ਼ਸ ਹਨ ਜਿਨ੍ਹਾਂ 'ਚ ਆਰਥਰਾਈਟਿਸ ਹੋ ਜਾਂਦਾ ਹੈ। ਇਸ ਤੋਂ ਇਲਾਵਾ ਅਗਰ ਕਿਸੇ ਦੀ ਕੋਈ ਚੋਟ ਲੱਗੀ ਹੋਏ ਜੁਆਇੰਟ ਦੇ ਵਿੱਚ, ਜੁਆਇੰਟ ਦੇ ਅਰਾਊਂਡ, ਜੁਆਇੰਟ ਦੀ ਅਲਾਈਨਮੈਂਟ ਵਿਗੜੀ ਹੋਏ, ਤਦ ਐਸੇ ਕੇਸਿਸ ਦੇ ਵਿੱਚ ਵੀ ਲੇਟ ਸਟੇਜ ਦੇ ਵਿੱਚ ਜੁਆਇੰਟ ਆਰਥਰਾਈਟਿਸ ਹੋ ਜਾਂਦਾ ਹੈ। ਸੋ ਅਸੀਂ ਗ੍ਰੋਸਲੀ ਇਹਨੂੰ ਡਿਵਾਈਡ ਕਰਦੇ ਹਾਂ ਕਿ ਆਸਟੀਓ ਆਰਥਰਾਈਟਿਸ ਜਿਹੜਾ ਕਾਮਨਲੀ ਏਜ ਕਰਕੇ, ਜਾਂ ਰੂਮੇਟਡ ਆਰਥਰਾਈਟਿਸ ਜੋ ਕਿਸੇ ਡਿਜ਼ੀਜ਼ ਕਰਕੇ ਹੈ, ਜਿਹੜੇ ਆਰਥਰਾਈਟਿਸ ਜੁਆਇੰਟ ਖਰਾਬ ਹੋ ਜਾਂਦੇ ਹੈ, ਔਰ ਜਾਂ ਪੋਸਟ ਟਰਾਮੈਟਿਕ ਕੋਈ ਚੋਟ ਲੱਗੀ ਹੋਈ ਹੈ, ਕੋਈ ਲਿਗਾਮੈਂਟ ਇੰਜਰੀ ਹੋਈ ਹੈ, ਉਹਦੇ ਕਰਕੇ ਵਿਦ ਟਾਈਮ ਸਾਡੇ ਜੋੜ ਖਰਾਬ ਹੋ ਜਾਂਦੇ, ਇਹਨੂੰ ਅਸੀਂ ਪੋਸਟ ਟਰਾਮੈਟਿਕ ਆਰਥਰਾਈਟਿਸ ਕਹਿੰਦੇ ਹਾਂ। ਸਰ, ਆਰਥਰਾਈਟਿਸ ਨੂੰ ਟ੍ਰੀਟ ਕਰਨ ਦੇ ਕੀ ਤਰੀਕੇ ਨੇ? ਆਰਥਰਾਈਟਿਸ ਦਾ ਬੇਸਿਕ ਮਤਲਬ ਇਹ ਹੈਗਾ ਕਿ ਸਾਡਾ ਜੁਆਇੰਟ ਦੇ ਵਿੱਚ ਘਿਸਾਵਟ ਆ ਗਈ। ਸੋ ਜੁਆਇੰਟ ਦੇ ਉੱਤੇ ਜਿਹੜਾ ਕਾਰਟਿਲੇਜ ਹੁੰਦਾ ਹੈ ਉਹ ਨਾਰਮਲੀ ਜਿਹੜਾ ਕਿਸੇ ਕਾਰਨ ਕਰਕੇ ਖਰਾਬ ਹੋ ਗਿਆ, ਚਾਹੇ ਡਿਜ਼ੀਜ਼ ਕਰਕੇ, ਚਾਹੇ ਕੋਈ ਚੋਟ ਲੱਗਣ ਕਰਕੇ। ਸੋ ਜਿਸ ਤਰ੍ਹਾਂ ਜੋ ਕਾਰਟਿਲੇਜ ਖਰਾਬ ਹੋ ਜਾਂਦਾ ਹੈ ਤੇ ਦੋਨੋਂ ਹੱਡੀਆਂ ਜੋੜ ਦੀਆਂ ਆਪਸ 'ਚ ਰਗੜ ਖਾਣੀ ਸ਼ੁਰੂ ਹੋ ਜਾਂਦੀਆਂ, ਡਿਫਾਰਮਿਟੀ ਹੋਣੀ ਸ਼ੁਰੂ ਹੋ ਜਾਂਦੀ ਹੈ। ਸੋ ਇਹ ਬੇਸਿਕਲੀ ਜਿਹੜੀ ਅਰਲੀ ਸਟੇਜ ਆਫ ਆਰਥਰਾਈਟਿਸ ਹੈ, ਜਿਹਨੂੰ ਅਸੀਂ ਸਟੇਜ 1, ਸਟੇਜ 2 ਜਾਂ ਸਟੇਜ 3 ਕਹਿੰਦੇ ਹਾਂ, ਇਸ ਸਟੇਜ ਦੇ ਵਿੱਚ ਅਸੀਂ ਮੈਡੀਕਲ ਮੈਨੇਜਮੈਂਟ ਮੀਨਸ ਕੁਛ ਮੈਡੀਸਿਨਸ, ਸੇ ਫॉर एग्जांपल ਪੈਰਾਸੀਟਾਮੋਲ ਜਾਂ ਡੋਲੋ ਜਾਂ ਕਰੋਸਿਨ ਵਾਲੀ ਗੋਲੀ ਤੋਂ ਅਸੀਂ ਟ੍ਰੀਟਮੈਂਟ ਸਟਾਰਟ ਕਰ ਸਕਦੇ ਹਾਂ। ਔਰ ਪੇਨ ਕਿਲਰਸ, ਜਿਹਨੂੰ ਅਸੀਂ ਨਾਨ ਸਟੀਰੋਇਡਲ ਐਂਟੀ ਇਨਫਲੇਮੇਟਰੀ ਡਰੱਗਸ ਕਹਿੰਦੇ ਹਾਂ, ਇਹ ਪੇਨ ਕਿਲਰਸ ਔਰ ਸਟਾਰਟ ਕਰਦੇ ਹਾਂ ਤਾਂ ਕਿ ਜਿਹੜੀ ਆਰਥਰਾਈਟਿਸ, ਜਿਹੜੀ ਇਨਫਲੇਮੇਸ਼ਨ ਹੈ, ਉਹ ਘਟੇ ਔਰ ਪੇਨ ਰਿਲੀਫ ਹੋਏ। ਐਸੀ ਅਰਲੀ ਸਟੇਜਸ ਦੇ ਵਿੱਚ ਡਿਫਾਰਮਿਟੀ ਨਹੀਂ ਹੁੰਦੀ, ਜੁਆਇੰਟ ਸਟੇਡੇ ਨਹੀਂ ਹੁੰਦੇ। ਸੋ ਜਦੋਂ ਇਹ ਅਰਲੀ ਸਟੇਜ ਹੈ, ਇਹਦੇ ਵਿੱਚ ਦਵਾਈਆਂ, ਫਿਜ਼ੀਓਥੈਰੇਪੀ, ਕਈ ਵਾਰ ਅਸੀਂ ਜੁਆਇੰਟ ਦੇ ਅੰਦਰ ਇੰਜੈਕਸ਼ਨਸ, ਅਗਰ ਕੋਈ ਕਾਰਟਿਲੇਜ ਦਾ ਬਹੁਤ ਵੱਡਾ ਟੀਅਰ ਹੈ ਤਾਂ ਦੂਰਬੀਨ ਰਾਹੀਂ ਵੀ ਇਹਨੂੰ ਟ੍ਰੀਟ ਕਰਦੇ ਹਾਂ। ਲੇਕਿਨ ਜਦੋਂ ਜੁਆਇੰਟ ਦੀ ਡਿਫਾਰਮਿਟੀ ਆ ਜਾਂਦੀ ਹੈ, ਡਿਫਾਰਮਿਟੀ ਮਤਲਬ ਟੇੜਾਪਨ, ਨਾਰਮਲੀ ਅਸੀਂ ਅਗਰ ਸਿੱਧਾ ਖੜੇ ਹੁੰਦੇ ਹਾਂ ਤਾਂ ਲੱਤਾਂ ਸਿੱਧੀਆਂ ਹੁੰਦੀਆਂ, ਲੇਕਿਨ ਅਗਰ ਕਿਸੇ ਬਜ਼ੁਰਗ ਦੀ ਅਸੀਂ ਦੇਖਦੇ ਹਾਂ ਕਿ ਉਹਦੀ ਲੱਤਾਂ ਘੁੰਮੀਆਂ ਹੋਈਆਂ ਜਾਂ ਉਹ ਟੇਢੇ ਚੱਲ ਰਹੇ ਹਨ, ਸੋ ਉਹ ਡਿਫਾਰਮਿਟੀ ਹੁੰਦੀ ਹੈ। ਸੋ ਉਸ ਸਟੇਜ ਦੇ ਵਿੱਚ ਫਿਰ ਸਾਡੇ ਕੋਲ ਆਪਸ਼ਨ ਸਿਰਫ ਜੁਆਇੰਟ ਰਿਪਲੇਸਮੈਂਟ ਦੀ ਬਚਦੀ ਹੈ। ਓਕੇ। ਸੋ ਸਰ, ਟ੍ਰੀਟਮੈਂਟ ਦੀ ਗੱਲ ਕੀਤੀ ਜਾਵੇ ਤੇ ਇਹ ਆਰਥਰਾਈਟਿਸ ਤੇ ਜੁਆਇੰਟ ਦੇ ਜਿਹੜੇ ਜੋੜਾਂ ਦੇ ਦਰਦ ਨੇ, ਇਹਦੇ ਟ੍ਰੀਟਮੈਂਟ ਕਿਹੜੇ ਅਵੇਲੇਬਲ ਨੇ? ਅਵੇਲੇਬਲ ਹਰ ਤਰ੍ਹਾਂ ਦਾ ਟ੍ਰੀਟਮੈਂਟ ਅਵੇਲੇਬਲ ਹੈ। ਮੈਡੀਸਿਨਸ, ਫਿਜ਼ੀਓਥੈਰੇਪੀ, ਮੈਡੀਸਿਨਸ ਪਲੱਸ ਫਿਜ਼ੀਓਥੈਰੇਪੀ ਪਲੱਸ ਜੁਆਇੰਟ ਦੇ ਅੰਦਰ ਇੰਜੈਕਸ਼ਨ, ਸਟੀਰੋਇਡ ਤੋਂ ਲੈ ਕੇ ਗਰੀਸ ਦੇ ਵੀ, ਔਰ ਪਲੇਟਲੈਟਸ, ਪਲਾਜ਼ਮਾ ਥੈਰੇਪੀ, ਇਹ ਸਾਰੀ ਥੈਰੇਪੀ ਅਵੇਲੇਬਲ ਹੈ। ਜਾਂ ਦੂਰਬੀਨ ਰਾਹੀਂ ਜਿਹੜੇ ਅੰਦਰ ਗਰਦਾ ਇਕੱਠਾ ਹੋ ਜਾਂਦਾ ਜੁਆਇੰਟ ਦੇ ਅੰਦਰ, ਉਹਨੂੰ ਅਸੀਂ ਕਲੀਨ ਕਰਦੇ ਹਾਂ, ਜਾਂ ਅੰਦਰ ਦੇ ਕਾਰਟਿਲੇਜ ਟੀਅਰ ਹੋਏ ਹੁੰਦੇ ਆ ਉਹਨੂੰ ਅਸੀਂ ਕਲੀਨ ਕਰਦੇ ਹਾਂ, ਜਾਂ ਕਾਰਟਿਲੇਜ ਦੀ ਰਿਪੇਅਰ ਕਰਦੇ ਹਾਂ। ਇਹ ਸਾਰੀ ਦੂਰਬੀਨ ਰਾਹੀਂ ਹੁੰਦੀਆਂ, ਪਰ ਇਹ ਹੁੰਦੀਆਂ ਅਰਲੀ ਸਟੇਜ 'ਚ ਹੈ।
ਲੇਕਿਨ ਜਿਸ ਤਰ੍ਹਾਂ ਸਟੇਜ ਵੱਧ ਜਾਂਦੀ ਹੈ ਜਦੋਂ ਡਿਫਾਰਮਿਟੀ ਆ ਜਾਂਦੀ ਫਿਰ ਅਸੀਂ ਸਾਨੂੰ ਜੁਆਇੰਟ ਰਿਪਲੇਸ ਕਰਨਾ ਪੈਂਦਾ ਜੁਆਇੰਟ ਰਿਪਲੇਸ ਦਾ ਮਤਲਬ ਹੁੰਦਾ ਹੈ ਕਿ ਜੁਆਇੰਟ ਦਾ ਸਰਫੇਸ ਜਿਹੜਾ ਹੈ ਉਹਨੂੰ ਅਸੀਂ ਰੀਟ੍ਰੈਡ ਕਰ ਦਿੰਦੇ ਹਾਂ ਜਿਸ ਤਰ੍ਹਾਂ ਅਸੀਂ ਟਾਇਰ ਦੇ ਉੱਤੇ ਇੱਕ ਰਬੜ ਚੜਾ ਦਿੰਦੇ ਹਾਂ ਉਸ ਤਰ੍ਹਾਂ ਜੁਆਇੰਟ ਦੇ ਉੱਤੇ ਅਸੀਂ ਇੱਕ ਮੈਟਲ ਚੜਾ ਦਿੰਦੇ ਹਾਂ ਤਾਂ ਕਿ ਦੋਨੋਂ ਹੱਡੀਆਂ ਆਪਸ 'ਚ ਟਕਰਾਉਣ ਨਹੀਂ ਔਰ ਉਹਦੀ ਅਲਾਈਨਮੈਂਟ ਮੇਨਟੇਨ ਹੋ ਜਾਏ ਓਕੇ ਤੇ ਜੁਆਇੰਟ ਰਿਪਲੇਸਮੈਂਟ ਕੀ ਹੈਗਾ ਕਿਹਨਾਂ ਨੂੰ ਕੀਤਾ ਜਾ ਸਕਦਾ ਹੈ ਜੁਆਇੰਟ ਰਿਪਲੇਸਮੈਂਟ ਦਾ ਮਤਲਬ ਕਾਮਨ ਧਾਰਨਾ ਹੈ ਕਿ ਜੁਆਇੰਟ ਨੂੰ ਕੱਢ ਕੇ ਅਸੀਂ ਇੱਕ ਨਵਾਂ ਜੁਆਇੰਟ ਫਿੱਟ ਕਰ ਦਿੰਦੇ ਹਾਂ ਐਗਜ਼ੈਕਟਲੀ ਇਹ ਨਹੀਂ ਹੁੰਦਾ ਜੁਆਇੰਟ ਰਿਪਲੇਸਮੈਂਟ ਦਾ ਮਤਲਬ ਹੁੰਦਾ ਹੈ ਕਿ ਜਿਹੜਾ ਇਹ ਮੇਰੇ ਹੱਥ 'ਚ ਇੱਕ ਮਾਡਲ ਹੈ ਨੀ ਜੁਆਇੰਟ ਦਾ ਇਹ ਥਾਈ ਬੋਨ ਹੈ ਇਹ ਲੈਗ ਦੀ ਨੀਚੇ ਵਾਲੀ ਬੋਨ ਹੈ ਇਹ ਵਿੱਚ ਜੁਆਇੰਟ ਹੈ ਸੋ ਜੁਆਇੰਟ ਦਾ ਜਿਹੜਾ ਸਰਫੇਸ ਖਰਾਬ ਹੋਇਆ ਹੁੰਦਾ ਹੈ ਉਸ ਸਰਫੇਸ ਦੇ ਉੱਤੇ ਅਸੀਂ ਇੱਕ ਮੈਟੈਲਿਕ ਕਵਰ ਲਗਾ ਦਿੰਦੇ ਹਾਂ ਉੱਪਰ ਵਾਲੀ ਬੋਨ ਤੇ ਥਾਈ ਬੋਨ ਤੇ ਔਰ ਇੱਕ ਥੱਲੇ ਪਲੇਟ ਫਿੱਟ ਕਰ ਦਿੰਦੇ ਹਾਂ ਇਹਦੇ ਵਿੱਚ ਸਪੇਸ ਬਣਾਉਣ ਲਈ ਇੱਕ ਪੋਲੀਐਥਿਲੀਨ ਜਾਂ ਸਪੇਸ ਕਰਵਾ ਦਿੰਦੇ ਹਾਂ ਸੋ ਇਹ ਬੇਸਿਕਲੀ ਇਸ ਚੀਜ਼ ਨੂੰ ਅਸੀਂ ਜੁਆਇੰਟ ਰਿਪਲੇਸਮੈਂਟ ਕਹਿੰਦੇ ਹਾਂ ਇਹਨੂੰ ਕਹਿੰਦੇ ਅਸੀਂ ਟੋਟਲ ਜੁਆਇੰਟ ਰਿਪਲੇਸਮੈਂਟ ਜਿਹਦੇ ਵਿੱਚ ਦੋਨੋਂ ਸਰਫੇਸ ਜਿਹੜੇ ਜੁਆਇੰਟ ਦੇ ਆ ਤਿੰਨੋਂ ਸਰਫੇਸ ਜਿਹੜੇ ਜੁਆਇੰਟ ਦੇ ਆ ਉਹ ਅਸੀਂ ਮੈਟਲ ਨਾਲ ਔਰ ਪੋਲੀਐਥਿਲੀਨ ਨਾਲ ਕਵਰ ਕਰਦੇ ਹਾਂ ਸੋ ਇਹਦੇ ਨਾਲ ਜਿਹੜੀ ਕਸਾਵਟ ਹੋ ਰਹੀ ਸੀ ਜੋੜ ਦੀ ਉਹ ਖਤਮ ਹੋ ਜਾਂਦੀ ਹੈ ਪਲੱਸ ਜਿਹੜਾ ਟੇੜਾਪਨ ਆਇਆ ਹੁੰਦਾ ਉਹ ਅਲਾਈਨਮੈਂਟ 'ਚ ਅਸੀਂ ਜੁਆਇੰਟ ਨੂੰ ਲਿਆਉਂਦੇ ਹਾਂ ਸੋ ਇਹ ਬੇਸਿਕਲੀ ਜੁਆਇੰਟ ਰਿਪਲੇਸਮੈਂਟ ਹੈ ਇਸ ਤੋਂ ਇਲਾਵਾ ਜਿਹੜੀ ਜੁਆਇੰਟ ਰਿਪਲੇਸਮੈਂਟ ਹੋਰ ਤਰ੍ਹਾਂ ਦਾ ਜਿਹੜਾ ਜੁਆਇੰਟ ਰਿਪਲੇਸਮੈਂਟ ਹੈ ਉਹਨੂੰ ਅਸੀਂ ਕਹਿੰਦੇ ਹਾਂ ਪਾਰਸ਼ਲ ਰਿਪਲੇਸਮੈਂਟ ਕਈ ਵਾਰ ਸਿਚੁਏਸ਼ਨ ਇਹ ਹੁੰਦੀ ਹੈ ਕਿ ਸਾਰਾ ਜੁਆਇੰਟ ਨਹੀਂ ਖਰਾਬ ਹੋਇਆ ਹੁੰਦਾ ਸੋ ਜੁਆਇੰਟ ਦਾ ਇੱਕ ਅੰਦਰ ਵਾਲਾ ਹਿੱਸਾ ਜਾਂ ਬਾਹਰ ਵਾਲਾ ਹਿੱਸਾ ਖਰਾਬ ਹੋਇਆ ਸੋ ਉਹਨੇ ਹਿੱਸੇ ਨੂੰ ਵੀ ਅਸੀਂ ਅਗਰ ਚੇਂਜ ਕਰ ਦਈਏ ਤੇ ਉਹਨੂੰ ਅਸੀਂ ਪਾਰਸ਼ਲ ਨੀ ਰਿਪਲੇਸਮੈਂਟ ਕਹਿੰਦੇ ਹਾਂ ਜਾਂ ਪਾਰਸ਼ਲ ਜੁਆਇੰਟ ਰਿਪਲੇਸਮੈਂਟ ਕਹਿੰਦੇ ਹਾਂ ਸੋ ਦਿਸ ਐਗਜ਼ੈਕਟਲੀ ਇਜ਼ ਜੁਆਇੰਟ ਰਿਪਲੇਸਮੈਂਟ ਪੂਰਾ ਜੁਆਇੰਟ ਕੱਢ ਕੇ ਅਸੀਂ ਰਿਪਲੇਸ ਨਹੀਂ ਕਰਦੇ ਜਸਟ ਉਹਦਾ ਡਿਸਟਲ ਪਾਰਟ ਜਿਹੜਾ ਹੈ ਉਹ ਜਿਹੜਾ ਘਸਿਆ ਹੋਇਆ ਜਿਹੜਾ ਟੇੜਾ ਹੋਇਆ ਹੈ ਉਹਨੂੰ ਅਸੀਂ ਰਿਪਲੇਸ ਕਰਦੇ ਹਾਂ ਓਕੇ ਸਰ ਅਗਰ ਗੱਲ ਕਰੀਏ ਇਸ ਫੀਲਡ ਦੇ ਵਿੱਚ ਕੁਝ ਐਡਵਾਂਸਮੈਂਟ ਆਈਆਂ ਹੋਣ ਯੈਸ ਇਸ ਫੀਲਡ ਦੇ ਵਿੱਚ ਐਡਵਾਂਸਮੈਂਟਸ ਬਹੁਤ ਹੋਈਆਂ ਪਰ ਸਭ ਤੋਂ ਲੇਟੈਸਟ ਔਰ ਸਭ ਤੋਂ ਮੇਜਰ ਐਡਵਾਂਸਮੈਂਟ ਅੱਜ ਦੀ ਡੇਟ 'ਚ ਹੈਗੀ ਹੈ ਰੋਬੋਟਿਕ ਸਰਜਰੀ ਫੋਰਚੂਨੇਟਲੀ ਇਹ ਅਸੀਂ ਸਰਜਰੀ ਪਿਛਲੇ ਕੁਝ ਸਾਲਾਂ ਤੋਂ ਫੋਰਟਿਸ 'ਚ ਕਰ ਰਹੇ ਹਾਂ ਫੋਰਟਿਸ ਸਾਰੇ ਸੈਂਟਰਸ ਨਹੀਂ ਅਵੇਲੇਬਲ ਫੋਰਟਿਸ ਲੁਧਿਆਣਾ ਇਜ਼ ਵਨ ਆਫ ਦ ਸੈਂਟਰਸ ਥਰੂ ਆਊਟ ਇੰਡੀਆ ਜਿਹਦੇ 'ਚ ਅਸੀਂ ਰੋਬੋਟਿਕ ਜੁਆਇੰਟ ਰਿਪਲੇਸਮੈਂਟ ਕਰ ਰਹੇ ਹਾਂ ਰੋਬੋਟਿਕ ਜੁਆਇੰਟ ਰਿਪਲੇਸਮੈਂਟ ਦਾ ਮਤਲਬ ਹੈ ਕਿ ਜਿਹੜੀ ਜੁਆਇੰਟ ਰਿਪਲੇਸਮੈਂਟ ਅਸੀਂ ਇੱਕ ਸਟੈਂਡਰਡ ਤਰੀਕੇ ਨਾਲ ਕਰਦੇ ਹਾਂ ਰੋਬੋਟ ਜਿਸ ਤਰ੍ਹਾਂ ਅਸੀਂ ਸਾਰੇ ਜਾਣਦੇ ਹਾਂ ਅਸੀਂ ਕਿਸੇ ਵੀ ਚੀਜ਼ ਦੀ ਅਗਰ ਅਸੀਂ ਫਾਈਨਨੈਸ ਵਧਾਉਣੀ ਹੈ ਉਹਦੀ ਅਸੀਂ ਐਕੂਰੇਸੀ ਵਧਾਉਣੀ ਹੈ ਉਹਦੀ ਪ੍ਰੈਸੀਜਨ ਵਧਾਉਣੀ ਹੈ ਤੇ ਅਸੀਂ ਰੋਬੋਟ ਜਾਂ ਕੰਪਿਊਟਰਸ ਦਾ ਇਸਤੇਮਾਲ ਕਰਦੇ ਹਾਂ ਸੋ ਰੋਬੋਟ ਜੋ ਹੈ ਉਸ ਤੋਂ ਡਿਊਰਿੰਗ ਸਰਜਰੀ ਸਾਨੂੰ ਸਰਜਰੀ ਸਟੈਪਸ ਦੇ ਵਿੱਚ ਪਲੈਨਿੰਗ ਕਰਦਾ ਹੈ ਔਰ ਸਰਜਰੀ ਸਟੈਪਸ ਦੇ ਵਿੱਚ ਐਗਜ਼ੀਕਿਊਸ਼ਨ ਕਰਦਾ ਹੈ ਸਰਜਨ ਸੇਮ ਹੀ ਰਹਿੰਦਾ ਹੈ ਸੋ ਸਰਜਨ ਜੋ ਕੰਮ ਮੈਨੂਅਲੀ ਕਰ ਰਿਹਾ ਸੀਗਾ ਉਹ ਰੋਬੋਟ ਦੀ ਹੈਲਪ ਨਾਲ ਕਰ ਰਿਹਾ ਔਨ ਲਾਈਵ ਔਨ ਪੇਸ਼ੈਂਟ ਪਲੈਨਿੰਗ ਹੁੰਦੀ ਹੈ ਔਨ ਆਪਰੇਸ਼ਨ ਟੇਬਲ ਐਂਡ ਉਸੀ ਦੀ ਐਗਜ਼ੀਕਿਊਸ਼ਨ ਹੁੰਦੀ ਹੈ ਸੋ ਇਸ ਕਰਕੇ ਇਹ ਬਹੁਤ ਪ੍ਰੀਸਾਈਜ਼ ਔਰ ਐਕੂਰੇਟ ਹੁੰਦੀ ਹੈ ਇਹਦੇ ਨਾਲ ਅਲਾਈਨਮੈਂਟ ਜਿਹੜੀ ਅਸੀਂ ਅਚੀਵ ਕਰਨੀ ਹੈ ਜੁਆਇੰਟ ਰਿਪਲੇਸਮੈਂਟ 'ਚ ਉਹ ਪਰਫੈਕਟ ਹੁੰਦੀ ਹੈ ਅਸੀਂ 200th ਆਫ ਅ ਮਿਲੀਮੀਟਰ ਤੱਕ ਉਹਨੂੰ ਅਲਾਈਨ ਕਰ ਸਕਦੇ ਹਾਂ ਕਿਸੇ ਵੀ ਪਲੇਨ ਦੇ ਵਿੱਚ ਸੋ ਇਹ ਰੋਬੋਟ ਦਾ ਐਡਵਾਂਟੇਜ ਹੈ ਔਨ ਟੇਬਲ ਅਸੀਂ ਬੈਲੈਂਸਿੰਗ ਕਰਕੇ ਰੱਖਦੇ ਹਾਂ ਤਾਂ ਕਿ ਉਹਦੇ ਲਿਗਾਮੈਂਟ ਜਿਹੜੇ ਹੈ ਉਹ ਪ੍ਰੋਪਰ ਟੈਂਸ਼ਨ 'ਚ ਰਹਿਣ ਤਾਂ ਕਿ ਜੁਆਇੰਟ ਰਿਪਲੇਸਮੈਂਟ ਦੀ ਲਾਈਫ ਵੱਧ ਜਾਏ ਸੋ ਰੋਬੋਟ ਦਾ ਇਹ ਰੋਲ ਹੈ ਸਰ ਲੇਮੈਨ ਦੇ ਪੁਆਇੰਟ ਆਫ ਵਿਊ ਤੋਂ ਗੱਲ ਕਰੀਏ ਤਾਂ ਕੀ ਇਸ ਰੋਬੋਟਿਕ ਜੋ ਸਰਜਰੀ ਹੁੰਦੀ ਹੈ ਇਸ ਦਾ ਕੀ ਐਡਵਾਂਟੇਜਸ ਨੇ ਇਹਦੇ ਐਡਵਾਂਟੇਜ ਸਭ ਤੋਂ ਵੱਡਾ ਐਡਵਾਂਟੇਜ ਮੈਂ ਤੁਹਾਨੂੰ ਦੱਸਿਆ ਕਿ ਇਟ ਇਜ਼ ਪ੍ਰੈਸੀਜਨ ਐਂਡ ਐਕੂਰੇਸੀ ਜਿੰਨਾ ਬੈਟਰ ਅਸੀਂ ਇਹ ਇੰਪਲਾਂਟ ਪੇਸ਼ੈਂਟ ਦੀ ਆਪਣੀ ਬੋਨ ਦੇ ਉੱਤੇ ਫਿੱਟ ਕਰਦੇ ਹਾਂ ਔਰ ਜਿੰਨੀ ਬੈਟਰ ਇਹਦੀ ਅਲਾਈਨਮੈਂਟ ਕਰਦੇ ਹਾਂ ਹਿਪ ਔਰ ਐਂਕਲ ਦੇ ਨਾਲ ਉਨੀ ਹੀ ਇਹਦੀ ਲਾਈਫ ਵੱਧ ਜਾਂਦੀ ਹੈ ਸੇ ਫॉर ਐਗਜ਼ਾਮਪਲ ਅਗਰ ਅਸੀਂ ਜੁਆਇੰਟ ਤੇ ਪਾਤਾ ਮੈਨੂਅਲੀ ਪਰ ਇਹ ਇਸ ਪੋਜੀਸ਼ਨ 'ਚ ਰਹਿ ਗਿਆ ਤੇ ਇਹ ਅੰਦਰ ਵਾਲਾ ਹਿੱਸਾ ਘਸ ਜਾਏਗਾ और अगर इदा पाता तो बाहर वाला हिस्सा घस जाएगा और अगर ये टाइट पाता तो गोडा मुड़ेगा नहीं सीधा नहीं होएगा जो जगों असी बैलेंसिंग करते हैं रोबोट के नाल तो साइड वाले लिगामेंट्स बिल्कुल एक्यूरेटली असी बैलेंस और प्लान कर सकते हैं सो यदि अलाइनमेंट 100th ऑफ अ डिग्री और मिलीमीटर तक ये बहुत प्रिसाइज हो जाती है सो जो असी सर्जरी करते सानू एग्जैक्ट पता लग जाता है कि ये रिजल्ट आने वाला है पेशेंट का सो पेशेंट पॉइंट ऑफ व्यू नाल पेशेंट की बैटर अलाइनमेंट इंप्लांट की बैटर पोजीशनिंग घट बोन कटिंग प्रिसाइज बोन कटिंग हो जाती है लैस ब्लीडिंग और अर्ली रिकवरी लैस हॉस्पिटल स्टे लैस ब्लीडिंग लैस हॉस्पिटल स्टे लैस फिजियोथेरेपी ये सारे फायदे हैं ਇਹਦੇ ਇਸ ਕਰਕੇ ਇਹ ਬਹੁਤ ਯੂਜ਼ਫੁਲ ਔਰ ਸਰਜਰੀ ਹੈ ਖਾਸ ਕਰ ਕੋਵਿਡ ਟਾਈਮ ਦੇ ਵਿੱਚ ਜਦੋਂ ਪੇਸ਼ੈਂਟਸ ਸਰਜਰੀ ਕਰਾ ਕੇ ਘਰ ਚਲੇ ਜਾਂਦੇ ਆ ਫਿਜ਼ੀਓਥੈਰੇਪਿਸਟ ਨੂੰ ਫੋਲੋ ਨਹੀਂ ਕਰ ਸਕਦੇ ਤੇ ਇਹ ਪੇਸ਼ੈਂਟਸ ਨੂੰ ਘੱਟ ਫਿਜ਼ੀਓਥੈਰੇਪੀ ਦੀ ਜ਼ਰੂਰਤ ਪੈਂਦੀ ਹੈ ਹਸਪੀਟਲ ਸਟੇ ਘੱਟ ਜਾਂਦਾ ਹੈ ਸੋ ਹਸਪੀਟਲ ਸਟੇ ਘੱਟ ਹੈ ਤੇ ਹਸਪੀਟਲ ਰਿਕਾਰਡ ਇਨਫੈਕਸ਼ਨਸ ਘੱਟ ਜਾਂਦੀਆਂ ਹੋਰ ਐਡਵਾਂਟੇਜ ਇਹ ਹੈ ਕਿ ਸੇ ਫॉर ਐਗਜ਼ਾਮਪਲ ਪੇਸ਼ੈਂਟ ਦੇ ਉੱਪਰ ਜਾਂ ਥੱਲੇ ਵੀ ਫ੍ਰੈਕਚਰ ਸੀਗਾ ਸੋ ਉਸ ਕੇਸਿਸ ਦੇ ਵਿੱਚ ਸਟੈਂਡਰਡ ਸਰਜਰੀ ਨਹੀਂ ਹੋ ਸਕਦੀ ਔਰ ਹੋ ਸਕਦੀ ਹੈ ਤੇ ਉਹਦੇ ਵਿੱਚ ਅਲਾਈਨਮੈਂਟ ਕਰਨੀ ਡਾਕਟਰਸ ਨੂੰ ਬਹੁਤ ਮੁਸ਼ਕਿਲ ਆਉਂਦੀ ਹੈ ਐਸੀ ਸਿਚੁਏਸ਼ਨਸ ਰੋਬੋਟਿਕ ਸਰਜਰੀ ਜਿਹੜੀ ਹੈ ਉਹ ਬਹੁਤ ਅੱਛੀ ਕੈਲਕੂਲੇਸ਼ਨ ਕਰਦਾ ਹੈ ਔਰ ਬਹੁਤ ਅੱਛੀ ਅਲਾਈਨਮੈਂਟ ਕਰਦਾ ਹੈ ਸਰ ਆਪਾਂ ਗੱਲ ਕਰੀਏ ਕਿ ਆਖਰ ਇਹ ਰੋਬੋਟਿਕ ਸਰਜਰੀ ਜੋ ਕਿ ਇਹ ਕੌਣ ਕਰਾ ਸਕਦੇ ਨੇ ਕੋਈ ਵੀ ਪੇਸ਼ੈਂਟ ਜੋ ਨੀ ਰਿਪਲੇਸਮੈਂਟ ਦਾ ਕੈਂਡੀਡੇਟ ਹੈ
ਉਹ ਰੋਬੋਟਿਕ ਸਰਜਰੀ ਦਾ ਕੈਂਡੀਡੇਟ ਹੈ। ਓਕੇ, ਸੋ ਇਹਦੇ 'ਚ ਕੋਈ ਡਿਫਰੈਂਸ ਨਹੀਂ ਹੈ। ਇਨਫੈਕਟ ਐਡਵਾਂਟੇਜ ਹੈ। ਕੰਪਲਿਕੇਸ਼ਨ ਰੇਟ ਰੋਬੋਟਿਕ ਸਰਜਰੀ ਦਾ ਘੱਟ ਹੈ ਬਿਕੋਜ਼ ਇਹਦੇ ਵਿੱਚ ਅਸੀਂ ਜਿਹੜੀ ਅਲਾਈਨਮੈਂਟ ਕਰਨ ਲਈ ਕੁਝ ਰੋਡ ਪਾਉਂਦੇ ਹਾਂ ਅਸੀਂ ਡਿਊਰਿੰਗ ਸਰਜਰੀ, ਸਟੈਂਡਰਡ ਸਰਜਰੀ 'ਚ ਬੋਨ ਦੇ ਅੰਦਰ ਜਾਂਦੀ ਹੈ। ਉਹਦੇ ਨਾਲ ਕਈ ਵਾਰ ਪਲਮਨਰੀ ਐਂਬੋਲਿਜ਼ਮ ਜਾਂ ਕਈ ਵਾਰ ਹਾਰਟ ਬਲੌਕੇਟ ਦਾ ਖਤਰਾ ਹੁੰਦਾ ਹੈ। ਉਹ ਇਸ ਸਰਜਰੀ ਦੇ ਵਿੱਚ ਘੱਟ ਜਾਂਦਾ ਕਿਉਂਕਿ ਅਸੀਂ ਇਹ ਰੋਬੋਟ ਕਰਕੇ ਬਾਕੀ ਚੀਜ਼ਾਂ ਅਸੀਂ ਕਰਦੇ ਹੀ ਨਹੀਂ, ਅਸੀਂ ਸਿਰਫ ਇੰਨੀ ਜਗ੍ਹਾ 'ਚ ਹੀ ਕੰਮ ਕਰਦੇ ਹਾਂ। ਅਗਰ ਸਟੈਂਡਰਡ ਸਰਜਰੀ ਕਰੀਏ ਤਾਂ ਇੱਕ ਰੋਡ ਉੱਪਰ ਪਾਣੀ ਪੈਂਦੀ ਹੈ, ਇੱਕ ਰੋਡ ਥੱਲੇ ਪਾਣੀ ਪੈਂਦੀ ਹੈ, ਉਹ ਰੋਬੋਟਿਕ ਸਰਜਰੀ 'ਚ ਨਹੀਂ ਹੁੰਦੀ। ਸਰ ਤੁਸੀਂ ਇੰਨੇ ਐਡਵਾਂਟੇजेस ਗਿਣਾਏ ਹੈ, ਨੀ ਰਿਪਲੇਸਮੈਂਟ ਦੀ ਇਸ ਫੀਲਡ 'ਚ ਇੰਨਾ ਐਡਵਾਂਸਮੈਂਟ ਆ ਗਈ ਹੈ, ਲੇਕਿਨ ਮੈਂ ਪੁੱਛਣਾ ਚਾਹੂੰਗੀ ਅਗਰ ਇੰਨੀ ਅੱਛੀ ਹੈ ਤੇ ਹਰ ਜਗ੍ਹਾ ਅਵੇਲੇਬਲ ਕਿਉਂ ਨਹੀਂ ਹੈ ਆਪਸ਼ਨ? ਬਿਕੋਜ਼ ਆਈ ਐਮ ਸ਼ੋਰ ਕਿਉਂਕਿ ਅਗਰ ਵਿਊਅਰਸ ਸੁਣ ਰਹੇ ਹੋ ਔਰ ਉਹਨਾਂ ਦੇਖ ਰਹੇ ਹੋ ਵੀ ਚਾਹੁੰਦੇ ਹੋਣਗੇ ਜਿਨ੍ਹਾਂ ਨੂੰ ਜ਼ਰੂਰਤ ਹੈ ਕਿ ਇਹਨਾਂ ਦੇ ਥਰੂ ਹੀ ਉਹ ਜਾਣ ਆਪਣੇ ਰਿਪਲੇਸਮੈਂਟ ਕਰਾਉਣ। ਐਬਸੋਲੂਟਲੀ, ਇਹਦੇ ਦੋ ਕਾਰਨ ਹੈ। ਇੱਕ ਤੇ ਅਸੀਂ ਅਡੈਪਟ ਨਹੀਂ ਕਰਨਾ ਚਾਹੁੰਦੇ ਟੈਕਨੋਲੋਜੀ ਨੂੰ। ਇੱਕ ਆਦਤ ਬਣ ਜਾਂਦੀ ਕਿ ਨਹੀਂ ਮੈਂ ਕੰਫਰਟੇਬਲ ਹੈ ਇਸ ਤੋਂ ਜਾਂ ਮੇਰੇ ਮਰੀਜ਼ ਵੀ ਖੁਸ਼ ਹੈ, ਪਰ ਅਸੀਂ ਉਹਨੂੰ ਰਿਫਾਈਨ ਨਹੀਂ ਕਰਨਾ ਚਾਹੁੰਦੇ। ਜੋ ਮੈਡੀਕਲ ਸਾਇੰਸ ਹੈ ਇਵੋਲਵਿੰਗ ਸਾਇੰਸ ਹੈ। ਅੱਜ ਤੋਂ 50 ਸਾਲ ਪਹਿਲੇ ਜੁਆਇੰਟ ਰਿਪਲੇਸਮੈਂਟ ਦੀ ਕੋਈ ਗੱਲ ਨਹੀਂ ਕਰਦਾ ਸੀ, ਹੁਣ ਕਰਦੇ ਜੀ। ਔਰ ਇਹ ਟੈਕਨੋਲੋਜੀ, ਦੂਸਰਾ ਕਾਰਨ ਇਹ ਹੈਗਾ ਕਿ ਇਹ ਮਹਿੰਗੀ ਹੈ। ਓਕੇ, ਇਹ ਰੋਬੋਟਿਕ ਜੋ ਹੈ ਇਹ ਕਾਸਟ 6 ਤੋਂ ਲੈ ਕੇ 10 ਕਰੋੜ ਤੱਕ ਦਾ ਇਕਵਿਪਮੈਂਟ ਹੈ ਔਰ ਇਹ ਇਕਵਿਪਮੈਂਟ ਹਰ ਦੇ ਬਸਦਾ ਨਹੀਂ ਹੈ। ਕਿਉਂ ਅਗਰ ਕੋਈ ਪ੍ਰਾਈਵੇਟ ਹਸਪੀਟਲ ਹੈ ਤਾਂ ਉਹਨੂੰ ਕਾਸਟ ਆਫ ਰਿਟਰਨ ਆਫ ਇਨਵੈਸਟਮੈਂਟ ਵੀ ਦੇਖਦੀ ਹੈ ਕਿ ਮੈਂ ਇੰਨੇ ਪੈਸੇ ਕਿੱਥੋਂ ਕੱਢਾਂਗਾ, ਅੱਜ ਦੀ ਡੇਟ 'ਚੋਂ ਨਹੀਂ ਪੋਸੀਬਲ ਹੈ। ਲੇਕਿਨ ਫੋਰਟਿਸ ਦੇ ਵਿੱਚ ਕਿਉਂਕਿ ਅਸੀਂ ਹਮੇਸ਼ਾ ਟੈਕਨੋਲੋਜੀ ਦੀ ਗੱਲ ਕੀਤੀ ਹੈ, ਐਡਵਾਂਸਮੈਂਟ ਦੀ ਗੱਲ ਕੀਤੀ ਹੈ, ਸੋ ਦੈਟ ਇਜ਼ ਵਾਈ ਵੀ ਹੈਵ ਇਟ। ਸੋ ਅਸੀਂ ਕੋਈ ਐਡੀਸ਼ਨਲ ਕਾਸਟ ਜਾਂ ਪੇਸ਼ੈਂਟ ਦਾ ਬਰਡਨ ਨਹੀਂ ਪਾ ਰਹੇ। ਸੋ ਇਟ ਇਜ਼ ਬੇਸਿਕਲੀ ਫॉर ਬੈਟਰਮੈਂਟ ਆਫ ਪੇਸ਼ੈਂਟ, ਬੈਟਰ ਰਿਜ਼ਲਟਸ, ਬੈਟਰ ਆਊਟਕਮ, ਤਾਂ ਕਿ ਪੇਸ਼ੈਂਟਸ ਖੁਸ਼ ਹੋਣਗੇ ਤੇ ਸਾਡਾ ਵੀ ਨਾਮ ਬਣੇਗਾ, ਫੋਰਟਿਸ ਦਾ ਵੀ ਨਾਮ ਬਣੇਗਾ ਔਰ ਦੇ ਵਿਲ ਬੀ ਹੈਪੀ। ਸਰ ਤੁਸੀਂ ਗੱਲ ਕੀਤੀ ਇਹਨੂੰ ਕੋਈ ਵੀ ਆਪਸ਼ਨ ਇਹ ਚੂਜ਼ ਕਰ ਸਕਦਾ ਹੈ ਤੇ ਮੈਂ ਜਾਣਨਾ ਚਾਹੂੰਗੀ ਕਈ ਲੋਕਾਂ ਦੇ ਵਿੱਚ ਮਿੱਥ ਪਾਈ ਜਾਂਦੀ ਹੈ, ਉਹਨਾਂ ਨੂੰ ਵਹਿਮ ਹੈ ਕਿ ਜੇਕਰ ਉਹਨਾਂ ਦਾ ਵਜ਼ਨ ਬਹੁਤ ਜ਼ਿਆਦਾ ਹੈ ਤਾਂ ਮੋਟਾਪੇ ਦੇ ਕਰਕੇ ਡਾਕਟਰ ਉਹਨਾਂ ਨੂੰ ਇਹ ਸੁਜੈਸਟ ਹੀ ਨਹੀਂ ਕਰਨਗੇ ਕਿ ਰੋਬੋਟਿਕ ਸਰਜਰੀ ਕਰਾ ਲੈਣ। ਇਹ ਕਿੰਨਾ ਕੁ ਸਹੀ ਹੈ? ਰੋਬੋਟਿਕ ਸਰਜਰੀ ਮੈਂ ਤੁਹਾਨੂੰ ਪਹਿਲੇ ਕਿਹਾ ਕਿ ਸਭ 'ਚ ਹੋ ਸਕਦੀ ਹੈ। ਓਬੇਸਿਟੀ ਦੇ ਵਿੱਚ ਸਰਜਰੀ ਕਰਾਉਣੀ ਜਾਂ ਨਹੀਂ ਕਰਾਉਣੀ ਇੱਕ ਬਹੁਤ ਵੈਲਿਡ ਕੁਐਸਚਨ ਹੈ। ਸਰਜਰੀ ਪੁਆਇੰਟ ਆਫ ਵਿਊ ਨਾਲ ਸਰਜਰੀ ਕਰਨ 'ਚ ਕੋਈ ਦਿੱਕਤ ਨਹੀਂ ਹੈ। ਇਨਫੈਕਟ ਜਿਹੜਾ ਪੇਸ਼ੈਂਟ ਜੋ ਹੈ ਜਾਂ ਜਿਹੜਾ ਵੀ ਗ੍ਰਸਤ ਹੈ ਇਸ ਪ੍ਰੋਬਲਮ ਤੋਂ, ਅਗਰ ਉਹ ਨਹੀਂ ਚੱਲੇਗਾ ਤਾਂ ਡੈਫੀਨੇਟਲੀ ਬੈਠ ਕੇ ਮੋਟਾ ਹੀ ਹੋਏਗਾ। ਜਿਹੜਾ ਬੰਦਾ ਬੈਠਾ ਰਹੇਗਾ ਉਹ ਡਿਪਰੈਸ਼ਨ 'ਚ ਜਾਏਗਾ, ਖਾਣਾ ਹੋਰ ਖਾਏਗਾ, ਹੋਰ ਮੋਟਾ ਹੋਏਗਾ। ਸੋ ਇੱਕ ਵਿਸ਼ੇਸ਼ ਸਾਈਕਲ ਸ਼ੁਰੂ ਹੋ ਜਾਂਦਾ ਹੈ। ਜਦ ਤੱਕ ਉਸ ਮਰੀਜ਼ ਨੂੰ ਅਸੀਂ ਬੈੱਡ ਤੋਂ ਜਾਂ ਕਮਰੇ ਤੋਂ ਬਾਹਰ ਨਹੀਂ ਕੱਢਾਂਗੇ ਤੇ ਉਹ ਠੀਕ ਨਹੀਂ ਹੋਏਗਾ। ਸੋ ਇਟ ਵੈਰੀ ਟ੍ਰਿਕੀ ਸਿਚੁਏਸ਼ਨ। ਸੋ ਜੁਆਇੰਟ ਰਿਪਲੇਸਮੈਂਟ ਕਰਨੀ ਮੁਸ਼ਕਿਲ ਨਹੀਂ ਹੈ, ਲੇਕਿਨ ਓਬੀਸ ਪੇਸ਼ੈਂਟ 'ਚ ਨਾਰਮਲ ਪੇਸ਼ੈਂਟ ਨਾਲੋਂ ਲੋਅਰ weight ਵਾਲੇ ਪੇਸ਼ੈਂਟ ਨਾਲੋਂ ਓਬੀਸ ਪੇਸ਼ੈਂਟ 'ਚ ਕੰਪਲਿਕੇਸ਼ਨ ਜਿਹੜੀ ਮੈਂ ਦੱਸਿਆ ਕਿ ਪਲਮਨਰੀ ਐਂਬੋਲਿਜ਼ਮ ਦੇ ਚਾਂਸਸ ਵੱਧ ਜਾਂਦੇ ਆ। ਸੋ ਐਸੇ ਕੇਸਿਸ ਦੇ ਵਿੱਚ ਰੋਬੋਟਿਕ ਸਰਜਰੀ ਦਾ ਹੋਰ ਵੀ ਜ਼ਿਆਦਾ ਰੋਲ ਹੈ। ਸੋ ਇਟ ਇਜ਼ ਮੋਰ ਸੇਫਰ ਇਨ ਥੀਸ ਪੇਸ਼ੈਂਟ ਜਿਨ੍ਹਾਂ 'ਚ ਕਿਡਨੀ ਪ੍ਰੋਬਲਮ ਹੈ, ਜੋ ਬਹੁਤ ਮੋਟੇ ਹੈ, ਜਿਨ੍ਹਾਂ 'ਚ ਮਲਟੀਪਲ ਪ੍ਰੋਬਲਮਸ ਹੈ, ਹਾਰਟ ਡਿਜ਼ੀਜ਼ ਹੈ, ਉਹਨਾਂ 'ਚ ਰੋਬੋਟਿਕ ਦਾ ਹੋਰ ਵੀ ਜ਼ਿਆਦਾ ਰੋਲ ਹੈ। ਸਰ ਓਬੇਸਿਟੀ ਤੋਂ ਇਲਾਵਾ ਅਗਰ ਗੱਲ ਕਰੀਏ ਜਿਨ੍ਹਾਂ 'ਚ ਆਸਟੀਓਪੋਰੋਸਿਸ ਹੈ ਜੋ ਕਿ ਹੱਡੀਆਂ ਕਮਜ਼ੋਰ ਹੈ ਤੇ ਉਹ ਕੀ ਰੋਬੋਟਿਕ ਸਰਜਰੀ ਜਾ ਸਕਦੇ ਨੇ? ਬਿਲਕੁਲ ਜਾ ਸਕਦੇ। ਹੱਡੀਆਂ ਸਟਰੋਂਗ ਕਿਸ ਤਰ੍ਹਾਂ ਹੁੰਦੀਆਂ? ਹੱਡੀਆਂ ਸਟਰੋਂਗ ਹੁੰਦੀਆਂ ਇੱਕ ਐਡਿਕੁਏਟ ਡਾਈਟ ਖਾਣ ਨਾਲ ਔਰ ਚਲਦੇ ਫਿਰਦੇ ਰਹਿਣ ਨਾਲ। ਬੋਨ ਦੇ ਉੱਤੇ ਜਿੰਨਾ ਲੋਡ ਪੈਂਦਾ ਹੈ ਉਨੀ ਬੋਨ ਸਟਰੋਂਗ ਹੁੰਦੀ ਹੈ। ਓਕੇ, ਅਗਰ ਅਸੀਂ ਬੈਠ ਜਾਈਏ, ਅਸੀਂ ਇਸ ਕੁਰਸੀ ਤੇ ਬੈਠੇ ਰਹੀਏ, ਅਸੀਂ 6 ਮਹੀਨੇ ਬਾਅਦ ਅਗਰ ਅਸੀਂ ਆਪਣਾ ਟੈਸਟ ਕਰਾਵਾਂਗੇ ਤੇ ਅਸੀਂ ਦੋਨੋਂ ਆਸਟੀਓਪੋਰੋਟਿਕ ਹੋਵਾਂਗੇ। ਓਕੇ, ਕਿਉਂਕਿ ਅਸੀਂ ਬੈਠੇ ਰਹੇ 6 ਮਹੀਨੇ ਅੱਗੇ। ਅਗਰ ਅਸੀਂ ਬਾਹਰ ਚੱਲਦੇ ਹਾਂ, ਕੋਈ ਗੇਮ ਖੇਲਦੇ ਹਾਂ, ਖੁੱਲੇ ਵਾਤਾਵਰਣ 'ਚ ਜਾਂਦੇ ਹਾਂ, ਬੋਨ ਦੇ ਉੱਤੇ ਲੋਡਿੰਗ ਹੁੰਦੀ ਹੈ, ਚੱਲਦੇ ਫਿਰਦੇ ਹਾਂ, ਕੋਈ ਗੇਮ ਖੇਲਦੇ ਹਾਂ ਤੇ ਬੋਨ ਦੇ ਵਿੱਚ ਜਿਹੜਾ ਅਸੀਂ ਖਾਧਾ ਪੀਤਾ ਲੱਗਦਾ। ਜਿਸ ਤਰ੍ਹਾਂ ਬਜ਼ੁਰਗ ਕਹਿੰਦੇ ਸੀ ਤੇਰੇ ਤੇ ਖਾਧਾ ਪੀਤਾ ਲੱਗਦਾ ਨਹੀਂ। ਕਿਉਂ ਨਹੀਂ ਲੱਗਦਾ? ਕਿਉਂਕਿ ਅਸੀਂ ਕਲੋਜ਼ਡ এনवायरमेंट 'ਚ ਆਫਿਸ ਸਪੇਸ 'ਚ ਬੈਠੇ ਰਹਿੰਦੇ ਹਾਂ। ਸੋ ਜੋ ਪੇਸ਼ੈਂਟ ਬੈੱਡ ਰਿਡਨ ਹੈ ਬਿਕੋਜ਼ ਆਫ ਆਰਥਰਾਈਟਿਸ, ਉਹਦੀ ਬੋਨਸ ਤੇ ਹੋਰ ਵੀਕ ਹੁੰਦੀਆਂ ਰਹਿਣਗੀਆਂ। ਓਕੇ, ਸੋ ਜਦ ਤੱਕ ਉਹਨੂੰ ਅਸੀਂ ਚਲਾਵਾਂਗੇ ਨਹੀਂ ਤੇ ਬੋਨ ਸਟਰੋਂਗ ਹੀ ਨਹੀਂ ਹੋਣਗੀਆਂ। ਸੋ ਮਤਲਬ ਉਹਦੀ ਡਾਈਟ, ਉਹ ਐਕਸਰਸਾਈਜ਼ ਤਦ ਹੀ ਕਰੇਗਾ ਅਗਰ ਉਹ ਉੱਠ ਕੇ ਚੱਲੇਗਾ। ਸੋ ਇਟ ਇਜ਼ ਆਲਸੋ ਅਗੇਨ ਲਾਈਕ ਓਬੇਸਿਟੀ ਵਾਲੀ ਸਿਚੁਏਸ਼ਨ ਕਿ ਉਹਨੂੰ ਅਸੀਂ ਆਪਰੇਟ ਕਰਾਂਗੇ ਤਾਂ ਚੱਲੇਗਾ ਤੇ ਬੋਨ ਸਟਰੋਂਗ ਹੋਣਗੇ। ਜੀ ਬਿਲਕੁਲ। ਸੋ ਸਰ ਲਾਸਟ ਵਿੱਚ ਮੈਂ ਪੁੱਛਣਾ ਚਾਹੂੰਗੀ ਕਿ ਸਿਹਤ ਸਲਾਹ ਤੁਸੀਂ ਸਾਡੇ ਵਿਊਅਰਸ ਨੂੰ ਕੀ ਦੇਣਾ ਚਾਹੋਗੇ ਇਨ ਜਨਰਲ? ਸਭ ਤੋਂ ਵੱਡੀ ਸਿਹਤ ਸਲਾਹ ਅੱਜ ਦੀ ਡੇਟ 'ਚ ਹੈ ਕਿ ਸੋਸ਼ਲ ਡਿਸਟੈਂਸਿੰਗ, ਕੋਵਿਡ ਤੋਂ ਪਰਹੇਜ਼ ਰੱਖੋ। ਦੂਸਰਾ, ਆਪਣੀ ਪ੍ਰੋਬਲਮ ਜੋ ਆਰਥਰਾਈਟਿਸ ਵਾਲੀ ਹੈ ਉਹਦੇ ਉੱਤੇ ਬੈਠੇ ਨਾ ਰਹੋ, ਡਰੋ ਨਹੀਂ। ਹਰ ਪੇਸ਼ੈਂਟ ਨੂੰ ਸਰਜਰੀ ਦੀ ਜ਼ਰੂਰਤ ਨਹੀਂ ਪੈਂਦੀ। ਓਨਲੀ 2% ਲੋਕ ਜੋ ਹੈ ਜਿਨ੍ਹਾਂ 'ਚ ਅਸੀਂ ਜੁਆਇੰਟ ਰਿਪਲੇਸਮੈਂਟ ਕਰਦੇ ਹਾਂ, ਬਾਕੀ ਲੋਕ ਤੇ ਅਸੀਂ ਬਾਕੀ ਟ੍ਰੀਟਮੈਂਟ ਨਾਲ ਹੀ ਉਹ ਠੀਕ ਹੋ ਸਕਦੇ ਹਾਂ। ਬਟ ਅਗਰ ਟਾਈਮ ਤੇ ਅਸੀਂ ਆਪਣੇ ਡਾਕਟਰੀ ਸਲਾਹ ਲਈਏ। ਸੋ ਬੈਟਰ ਐਡਵਾਈਸ ਹੈ ਕਿ ਕੋਈ ਵੀ ਪ੍ਰੋਬਲਮ ਹੈ ਜੋ 10-15 ਦਿਨ ਤੋਂ ਜ਼ਿਆਦਾ ਲਿੰਗਰ ਕਰ ਰਹੀ ਹੈ, ਜੋ ਤਕਲੀਫ ਦੇ ਰਹੀ ਹੈ, ਉਹਦੇ ਲਈ ਆਪਣੇ ਜਨਰਲ ਫਿਜ਼ੀਸ਼ੀਅਨ ਨੂੰ, ਆਪਣੇ ਆਰਥੋਪੈਡਿਕ ਸਰਜਨ ਨੂੰ ਮਿਲੋ, ਉਹਦੇ ਤੋਂ ਰਾਈਟ ਸਲਾਹ ਲਓ ਔਰ ਉਹਦੇ ਤੇ ਐਕਸ਼ਨ ਕਰੋ। ਅਦਰਵਾਈਜ਼ ਲੇਟ ਹੋ ਜਾਓਗੇ ਤੇ ਅਲਟੀਮੇਟਲੀ ਇਹ 2% ਵਾਲੇ ਗਰੁੱਪ 'ਚ ਹੀ ਆਓਗੇ ਜਿਹਦੇ 'ਚ ਆਰਥਰਾਈਟਿਸ ਹੋ ਗਿਆ ਸੀਵੀਅਰ ਔਰ ਸਰਜਰੀ ਕਰਾਣੀ ਪਏਗੀ। ਥੈਂਕ ਯੂ ਸੋ ਮਚ ਸਰ ਇਹ ਸਾਰੀ ਸਲਾਹ ਦੇ ਲਈ।
ਤੇ ਬਿਲਕੁਲ ਜਿੱਦਾਂ ਕਿ ਤੁਸੀਂ ਸੁਣਿਆ ਡਾਕਟਰ ਸਰ ਨੇ ਇਹੀ ਦੱਸਿਆ ਕਿ ਆਪਣੇ ਲਾਈਫਸਟਾਈਲ ਨੂੰ ਐਕਟਿਵ ਰੱਖੋ ਤੇ ਕੋਈ ਵੀ ਦਿੱਕਤ ਪਰੇਸ਼ਾਨੀ ਆਉਂਦੀ ਹੈ ਜੁਆਇੰਟ ਸੰਬੰਧੀ ਤਾਂ ਡਾਕਟਰ ਆਪਣੇ ਫਿਜ਼ੀਸ਼ੀਅਨ ਨਾਲ ਜਲਦ ਤੋਂ ਜਲਦ ਸੰਪਰਕ ਕਰੋ ਇਸ ਤੋਂ ਪਹਿਲਾਂ ਕਿ ਉਹ ਪਰੇਸ਼ਾਨੀ ਜਿਹੜੀ ਹੈ ਵੱਧ ਜਾਵੇ। ਅਗਲੀ ਵਾਰ ਫਿਰ ਤੋਂ ਮਿਲਾਂਗੇ ਕੁਝ ਹੋਰ ਸਿਹਤ ਸਲਾਹਾਂ ਦੇ ਨਾਲ। ਫਿਲਹਾਲ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।